धनगुरु रामदास जी लंगर सेवापुर हीरा को किसान संगठनों की तरफ से गेहूं भेंट की गई। इस मौके पर आजाद किसान कमेटी द्वाबा होशियारपुर के नेता हरपाल सिंह संघा ने लंगर सेवा की सराहना करते हुए कहा कि किसान मानव सेवा के पथ पर सदैव अग्रसर रहे हैं और रहेंगे, लेकिन इसके साथ ही वे अपने हकों के लिए भी संघर्ष करना जानते हैं। वाहिगुरु जी का खालसा, वाहिगुरु जी की फतेह। बाबा नानक ਦਾ ਜਿਹੜਾ 20 ਰੁਪਏ ਦਾ ਲੰਗਰ ਆ, ਜਿਹੜਾ ਸਾਰੀ ਦੁਨੀਆ ਨੂੰ ਇਹ ਪਤਾ ਵੀ ਜਿਹੜਾ ਹੁਣ ਤੱਕ ਕਿੰਨੇ ਸੌ ਸਾਲਾਂ ਤੋਂ ਜਿਹੜਾ ਚੱਲ ਰਿਹਾ ਆ। ਤੇ ਇੱਕ ਸੰਸਥਾ ਹੈ ਇੱਥੇ ਸਾਡੇ ਹੁਸ਼ਿਆਰਪੁਰ ਵਿੱਚ, ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਪੁਰ ਹੀਰਾ ਹੁਸ਼ਿਆਰਪੁਰ, ਜਿਨ੍ਹਾਂ ਦਾ ਲੰਗਰ ਹਜ਼ਾਰਾਂ ਵਿੱਚ ਨਹੀਂ ਲੱਖਾਂ ਜਿਹੜੀ ਜ਼ਰੂਰਤਮੰਦ ਆ ਉਹਨਾਂ ਤੱਕ ਪਹੁੰਚਦਾ ਹੈ। ਚੰਡੀਗੜ੍ਹ ਤੱਕ, ਦਿੱਲੀ ਤੱਕ ਜਿਹੜੇ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਹੈ ਉੱਥੇ ਤੱਕ ਵੀ ਜਿਹੜਾ ਪਹੁੰਚਦਾ ਹੈ। ਤੇ ਮੈਂ ਸਾਰਿਆਂ ਅੱਗੇ ਬੇਨਤੀ ਕਰੂੰਗਾ ਕਿ ਜਿਹੜੇ ਵੀ ਸਾਡਾ ਇਹ ਵੀਡੀਓ ਦੇਖ ਰਹੇ ਆ ਜਾਂ ਮੇਰੀ ਆਵਾਜ਼ ਸੁਣ ਰਹੇ ਆ, ਉਹਨਾਂ ਨੂੰ ਚਾਹੀਦਾ ਹੈ ਕਿ ਇਸ ਲੰਗਰ ਵਿੱਚ ਜਿੰਨਾ ਵੀ ਯੋਗਦਾਨ ਹੋ ਸਕੇ ਉਹ ਪਾਉਣਾ ਚਾਹੀਦਾ ਹੈ, ਤਾਂ ਕਿ ਇਹ ਜਿਹੜਾ ਲੰਗਰ ਆ ਲਗਾਤਾਰ ਰਹਿੰਦੀ ਦੁਨੀਆ ਤੱਕ ਜਿਹੜਾ ਚੱਲਦਾ ਰਹੇ ਤੇ ਕਦੀ ਵੀ ਲੰਗਰ ਦੀ ਜਿਹੜੀ ਆ ਘਾਟ ਉਹ ਮਹਿਸੂਸ ਨਾ ਹੋਵੇ। ਅੱਜ ਸਾਡੇ ਇੱਥੇ ਆਉਣ ਦਾ ਸਬੱਬ ਇਸ ਲਈ ਬਣਿਆ ਕਿਉਂਕਿ ਸਾਨੂੰ ਪਤਾ ਲੱਗਾ ਸੀ ਕਿ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਜੋ ਕਿਸਾਨ ਆਗੂ ਨੇ ਤੇ ਉਹ ਕਿਸਾਨ ਜਥੇਬੰਦੀ ਹੈ ਜਿਹੜੀ ਇੱਥੇ ਇਹ ਕਣਕ ਦੀ ਟਰਾਲੀ ਲੈ ਕੇ ਜਿਹੜੀ ਪਹੁੰਚ ਰਹੀ ਆ, ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਵੀ ਜਾਣਾਂਗੇ ਅਸੀਂ। ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਕਿਸਾਨ ਆਗੂਆਂ ਨਾਲ। ਆਜ਼ਾਦ ਕਿਸਾਨ ਕਮੇਟੀ ਦੁਆਬਾ ਵੱਲੋਂ ਹਰਪਾਲ ਸਿੰਘ ਸੰਘਾ ਜੀ, ਹਰਵੰਸ ਸਿੰਘ ਸੰਘਾ ਜੀ ਤੇ ਇਹਨਾਂ ਦਾ ਜਿਹੜਾ ਜੱਥਾ ਆ ਇਹ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪੁਰ ਹੀਰਾ ਜਿਹੜੀ ਚੱਲ ਰਹੀ ਆ, ਹਜ਼ਾਰਾਂ ਹੀ ਨਹੀਂ ਜੋ ਲੱਖਾਂ ਜਿਹੜੀ ਆ ਜ਼ਰੂਰਤਮੰਦਾਂ ਤੱਕ ਜਿਹੜੀ ਭੋਜਨ ਜਿਹੜੀ ਉਹ ਪਹੁੰਚਾਉਂਦੀ ਹੈ। ਉੱਥੇ ਲਈ ਇਹ ਜਿਹੜੀ ਸੇਵਾ ਲੈ ਕੇ ਉੱਥੇ ਪਹੁੰਚੇ ਅੱਜ, ਦਿੱਲੀੋਂ ਸਪੈਸ਼ਲ ਆਏ ਆ ਇਹ, ਤੇ ਪਿੰਡ ਰਾਜਪੁਰ ਭਾਈਆਂ ਇਹਨਾਂ ਦਾ, ਤੇ ਇਹਨਾਂ ਦਾ ਜਿਹੜਾ ਧਰਨਾ ਇੱਥੇ ਜਿਹੜਾ ਹੁਸ਼ਿਆਰਪੁਰ 'ਚ ਵੀ ਚੱਲ ਰਿਹਾ ਹੈ ਲਗਾਤਾਰ, ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਸੰਘਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਘਾ ਸਾਹਿਬ, ਜੇ ਪਹਿਲਾਂ ਗੱਲ ਕੀਤੀ ਜਾਵੇ ਕਰੋਨਾ ਮਹਾਮਾਰੀ ਦੀ, ਕਰੋਨਾ ਮਹਾਮਾਰੀ ਨੇ ਜਿਹੜਾ ਆ ਲੋਕਾਂ ਨੂੰ ਬੇਘਰ ਵੀ ਕਰ ਦਿੱਤਾ, ਬੇਰੁਜ਼ਗਾਰ ਵੀ ਕਰ ਦਿੱਤਾ, ਤੇ ਪਤਾ ਨਹੀਂ ਕੀ ਜਾਣੀ ਮੁਸ਼ਕਲਾਂ ਤੇ ਕੀ ਮੁਸੀਬਤਾਂ ਦਾ ਜਿਹੜਾ ਸਾਹਮਣਾ ਦੁਨੀਆ 'ਤੇ ਜਿਹੜਾ ਕਰਨਾ ਹੁਣ ਪੈ ਰਿਹਾ ਆ। ਤੇ ਉਸ ਦੇ ਨਾਲ ਜਿਹੜਾ ਕਿਸਾਨੀ ਸੰਘਰਸ਼ ਆ 6 ਜਿਹੜਾ ਮਹੀਨੇ ਤੋਂ ਉੱਤੇ ਹੋ ਗਿਆ, ਉਹ ਆਪਣੇ ਇੱਥੇ ਲੋਕਲ ਜਿਹੜਾ ਧਰਨਾ ਲੱਗਾ ਆ ਉਹਨੂੰ ਵੀ 205ਵਾਂ ਦਿਨ ਹੋ ਗਿਆ ਅੱਜ, ਕੱਲ੍ਹ 204 ਦਿਨ ਹੋਏ ਸੀ, ਆਪਾਂ ਗੱਲਬਾਤ ਕਰਕੇ ਆਏ ਸੀ ਉੱਥੇ। ਤੇ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਅਗਲਾ ਭਵਿੱਖ ਕੀ ਹੋਊਗਾ, ਕੀ ਕਹੋਗੇ ਇਹਦੇ ਬਾਰੇ? ਦੇਖੋ, ਜਿਹੜਾ ਇਹ ਹੈਗੀ ਬਿਮਾਰੀ ਲਈ ਆ ਜੀ, ਬਿਮਾਰੀ ਤਾਂ ਇਹਨੂੰ ਇਹ ਕਹਿ ਦਈਏ ਵੀ ਨਾ ਬਿਮਾਰੀ ਹੈਗੀ ਆ, ਮਤਲਬ ਇਸ ਰੂਪ ਦੇ ਵਿੱਚ ਖਤਰਨਾਕ ਆ। ਜਿਸ ਰੂਪ ਦੇ ਵਿੱਚ ਇਹ ਪੇਸ਼ ਕਰਦੇ ਆ, ਇਹ ਉਦੋਂ ਉਹਨੂੰ ਇਹ ਵਧਾ ਕੇ ਪੇਸ਼ ਕਰਨਾ ਸ਼ੁਰੂ ਕਰਦੇ ਜਦੋਂ ਇਹ ਆਮ ਤੌਰ 'ਤੇ ਮੌਸਮ ਦੇ ਬਾਅਦ ਫੈਲ ਜਾਂਦੀ ਆ। ਉਦੋਂ ਇਹ ਪਾਬੰਦੀਆਂ ਲਾਉਂਦੇ ਹੋਰ ਕਰਦੇ ਆ ਵੀ ਜਿਹੜਾ ਲੋਕਾਂ ਦੇ ਨਾਲ ਰਲ ਕੇ ਚੱਲਣਾ ਹੁੰਦਾ, ਲੋਕਾਂ ਦੇ ਨਾਲ ਸੋਚ ਕੇ ਚੱਲਣਾ ਹੁੰਦਾ ਵੀ ਜਦੋਂ ਇਹ ਮੌਸਮ 'ਚ ਤਬਦੀਲੀ ਆਉਂਦੀ ਆ ਉਦੋਂ ਹੀ ਇਹਦਾ ਜਿਹੜਾ ਪਰਹੇਜ਼ ਕੀਤਾ ਜਾਵੇ, ਮੁੜ ਕੇ ਇਹ ਸਾਰਾ ਜਿਹੜਾ ਹੈਗਾ ਵੀ ਇਹਨੂੰ ਬੰਦ ਕਰਨ ਤੱਕ ਦਾ ਹੋਰ ਕਰਨ ਦਾ, ਕਿਉਂਕਿ ਸਰਕਾਰਾਂ ਜਿਹੜੀਆਂ ਸੰਜੀਦਾ ਨਹੀਂ ਹੈਗੀਆਂ ਇਸ ਗੱਲ ਲਈ। ਇਹ ਠੀਕ ਹੈ ਬਿਮਾਰੀ ਆ, ਬਿਮਾਰੀ ਦੇ ਨਾਂ ਦੇ ਉੱਤੇ ਇੱਕ ਠੱਗੀ ਚੱਲ ਰਹੀ ਆ ਜੀ ਬਹੁਤ ਸਾਰਾ, ਜਿਹੜਾ ਇਹ ਹੈਗਾ ਵੀ ਲੋਕਾਂ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ, ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ। ਆ ਜਿਹੜਾ ਅੰਦੋਲਨ ਆ ਇਹਨੂੰ ਸਾਬੋਤਾਜ ਕੀਤਾ ਜਾ ਰਿਹਾ ਵੀ ਇਹਦੇ ਵਿੱਚ ਦੀ ਇਹ ਲੱਗਦਾ ਵੀ ਲੋਕਾਂ ਨੂੰ ਇਹ ਕਹਿ ਕੇ ਵੀ ਹਾਂ ਇਹ ਬਿਮਾਰੀ ਚੱਲਦੀ ਆ ਵੀ ਤੁਸੀਂ ਇਹਦੇ ਵਿੱਚੋਂ ਪਰਹੇਜ਼ ਕਰੋ। ਸਰਕਾਰਾਂ ਨੇ ਜਦੋਂ ਇਹ ਮੰਨ ਲਓ ਮੌਸਮ ਚੇਂਜ ਹੋਣ ਦੇ ਉੱਤੇ ਹੋਣੀ ਹੁੰਦੀ ਆ, ਉਦੋਂ ਇਹ ਕਿਉਂ ਨਹੀਂ ਇਹ ਉਦੋਂ ਜਿਹੜਾ ਹੈਗਾ ਵੀ ਪ੍ਰੀਕਾਸ਼ਨ ਦੇ ਵਿੱਚੋਂ ਇਹਦੇ ਵਿੱਚੋਂ ਕੀਤਾ ਜਾਂਦਾ ਵੀ ਆਪਾਂ ਇਹਨੂੰ ਰੋਕੀਏ, ਉਹਨਾਂ ਦਿਨਾਂ ਦੇ ਵਿੱਚ ਇਹਨੂੰ ਡੱਕੀਏ। ਜਿਹੜੀ ਜਾਂ ਤਾਂ ਜਦੋਂ ਗਰਮੀ ਹੋਣੀ ਸ਼ੁਰੂ ਹੋਣੀ ਆ, ਜਦੋਂ ਮੁੜ ਕੇ ਇਹਨੂੰ ਫਿਰ ਦੂਏ ਪਾਸੇ ਨੂੰ ਉਹਦੇ ਜਿਹੜੇ ਸਾਜ਼ਗਾਰ ਮੌਸਮ ਹੋਣਾ, ਗਰਮੀਆਂ ਤੋਂ ਬਾਅਦ ਸਰਦੀ ਵਾਲੇ ਪਾਸੇ ਨੂੰ ਜਾਣਾ, ਇਹ ਉਦੋਂ ਵਧਣੀ ਹੁੰਦੀ ਆ। ਅਸਲ ਸਰਕਾਰਾਂ ਦੇ ਹੱਥ ਦੇ ਵਿੱਚ ਇੱਕ ਖੇਲ ਆਈ ਆ, ਇਹ ਮਤਲਬ ਵਰਲਡ ਬੈਂਕ ਦੇ ਤੋਂ ਜਿਹੜਾ ਸਾਰਾ ਚੱਲ ਰਿਹਾ ਉੱਤੇ ਤੱਕ ਦਾ ਜਿਹੜਾ ਇਹਨਾਂ ਦਾ ਹੈਗਾ ਵੀ ਲੋਕਾਂ ਨੂੰ ਇੱਥੋਂ ਜਿਹੜੀ ਆਬਾਦੀ ਆ ਕਿਸੇ ਨਾਲ ਤੱਕ ਜਿਹੜੀ ਘਟਾਈ ਜਾਵੇ, ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾਵੇ, ਉਹਦਾ ਹੀ ਜਿਹੜਾ ਇਹ ਇੱਕ ਪਾਰਟ ਆ। ਉਹਨੂੰ ਜਦੋਂ ਪਹਿਲਾਂ ਵਧਣ ਦਿੰਦੇ ਆ ਜੀ, ਪੂਰਾ ਵਧਣ ਦਿੰਦੇ ਆ। ਹੁਣ ਦੇਖੋ ਆਕਸੀਜਨ ਦੇ ਸਿਲੰਡਰ ਹੈ ਨਹੀਂ ਮੁਲਕ ਦੇ ਉੱਤੇ ਰਾਜ। ਬਿਲਕੁਲ ਮੈਂ ਤੁਹਾਡੀ ਗੱਲ ਵਿੱਚੋਂ ਰੋਕੂੰਗਾ ਸੰਘਾ ਸਾਹਿਬ, ਕਿ ਕਿਸਾਨਾਂ ਨੂੰ ਅੱਤਵਾਦੀ ਤੱਕ ਵੀ ਕਿਹਾ ਗਿਆ, ਪਤਾ ਨਹੀਂ ਕੀ ਕਿਹਾ ਗਿਆ ਸਰਕਾਰ ਦੇ ਨੁਮਾਇੰਦਿਆਂ ਤੋਂ ਵਗੈਰਾ, ਪਰ ਜਿਹੜਾ ਕਿਸਾਨਾਂ ਨੇ ਆ ਦਿੱਲੀ 'ਚ ਵੀ ਦੇਖ ਲਓ ਲੱਖਾਂ ਦੇ ਹਿਸਾਬ ਨਾਲ ਉੱਥੇ ਲੰਗਰ ਦੀ ਘਾਟ ਨਹੀਂ ਆਉਣ ਦਿੱਤੀ। ਖਾਣ ਵਾਲੇ ਲੰਗਰ ਦੀ ਗੱਲ ਅਸੀਂ ਛੱਡੀਏ, ਜਿਹੜਾ ਹੁਣ ਆਕਸੀਜਨ ਦੀ ਸਰਕਾਰ ਦੇ ਕੋਲ ਜੇ ਕਹੀਏ ਤਾਂ ਉਹਦੇ ਹੱਥ ਖੜੇ ਆ ਸਰਕਾਰਾਂ ਦੇ, ਪ੍ਰਸ਼ਾਸਨ ਦੇ, ਪਰ ਜਿਹੜਾ ਆ ਸਿੱਖਾਂ ਦੁਆਰਾ ਜਿਹੜਾ ਆ ਇਹ ਆਕਸੀਜਨ ਦਾ ਵੀ ਲੰਗਰ ਜਿਹੜਾ ਲਾਇਆ ਗਿਆ ਉਹ। ਹਾਂਜੀ, ਦੇਖੋ ਜੀ ਲੋਕਾਂ ਦੇ ਵਿੱਚ ਬਹੁਤ ਕੁਝ ਹੁੰਦਾ, ਲੋਕਾਂ ਦੇ ਵਿੱਚ ਜੇ ਦੇਖੋ ਖਾਣ ਪੀਣ ਤੋਂ ਲੈ ਕੇ ਦਵਾਈਆਂ ਤੱਕ ਦਾ ਸਾਰਾ ਕੁਝ ਹੁੰਦਾ। ਜੇ ਸਰਕਾਰਾਂ ਜੇ ਇਸ ਕੰਮ ਲਈ ਅਸੀਂ ਚੁਣਦੇ ਹਾਂ
ਹਰ 5 ਸਾਲੀ ਚੁਣਦੇ ਆ, ਉਹਨਾਂ ਦਾ ਰੋਲ ਅਸੀਂ ਗਿਣਨਾ ਹੁੰਦਾ ਵੀ ਦੇਖਣਾ ਹੁੰਦਾ। ਹੁਣ ਤੁਸੀਂ ਦੇਖਿਓ ਵੀ ਉਹ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਹੋ ਰਹੀਆਂ, ਉੱਥੇ ਵੱਡੇ ਵੱਡੇ ਇਕੱਠ ਹੋ ਰਿਹਾ, ਉੱਥੇ ਲੋਕ ਸਮਾਂ ਕੇ ਕਹਿ ਰਹੇ ਆ ਵੀ ਆਹ ਜਿਹੜੀ ਬਿਮਾਰੀ ਆ ਇਹ ਫੈਲ ਰਹੀ ਆ, ਇਹਦਾ ਬੰਦੋਬਸਤ ਕਰੋ। ਉਦੋਂ ਤੱਕ ਹਾਕਮ ਜਦੋਂ ਉਹਨੂੰ ਅਖੀਰ ਤੱਕ ਜਿਹੜੇ ਚੁੱਪ ਰਹਿੰਦੇ ਆ ਵੀ ਉੱਥੇ ਤੱਕ ਜਿਹੜੇ ਚੁੱਪ ਰਹਿੰਦੇ ਆ, ਜਦੋਂ ਬਿਮਾਰੀ ਪੂਰੀ ਵੱਧ ਜਾਂਦੀ ਫੈਲ ਜਾਂਦੀ ਫਿਰ ਉਹਨੂੰ ਬਈ ਕਿਹਾ ਜਾਂਦਾ ਵੀ ਹੁਣ ਜੀ ਇਹਨੂੰ ਲੋਕਡਾਊਨ ਕਰ ਦਿਓ, ਇਹਨੂੰ ਫਲਾਣਾ ਕਰ ਲਓ, ਧੀਮੜਾ ਕਰ ਦਿਓ। ਅਸਲ ਦੇ ਵਿੱਚ ਸਰਕਾਰਾਂ ਜਿਹੜੀਆਂ ਇਹ ਚਾਹੁੰਦੀਆਂ ਨਹੀਂ ਹੈਗੀਆਂ ਵੀ ਲੋਕੀ ਇਸ ਬਿਮਾਰੀ ਤੋਂ ਬਈ ਇਹ ਜਿਹੜੇ ਇਹ ਕੰਟਰੋਲ 'ਚ ਰਹਿਣ, ਲੋਕ ਬਚੇ ਰਹਿਣ। ਜੇ ਇਹ ਸਰਕਾਰ ਇਹ ਚਾਹਵੇ ਕਰਨਾ ਜੀ, ਮੰਨ ਲਓ ਜਦੋਂ ਬਿਮਾਰੀ ਦੇ ਕੇਸ ਆਉਣੇ ਲੱਗਦੇ, ਹੁਣ ਪਤਾ ਲੱਗ ਗਿਆ ਵੀ ਸਾਲ 2 ਸਾਲ ਦੇ ਵਿੱਚ ਜਦੋਂ ਠੰਡ ਤੋਂ ਗਰਮੀ ਵਾਲਾ ਮੌਸਮ ਆਉਂਦਾ ਜਾਂ ਗਰਮੀ ਤੋਂ ਸਰਦੀ ਵਾਲਾ ਆਉਂਦਾ, ਇੱਕ ਅਨੁਕੂਲ ਮੌਸਮ ਆਉਂਦਾ, ਉਦੋਂ ਇਹਦਾ ਵਾਧਾ ਜਿਹੜਾ ਇਹ ਹੁੰਦਾ। ਹੁਣ ਦੇਖੋ ਕੁਝ ਦਿਨਾਂ ਦੇ ਵਿੱਚ ਇਹ ਘਟ ਜੂਗੀ ਜਾਂ ਲੋਕ ਪ੍ਰਵਾਹ ਕਰਨੋਂ ਹਟ ਜਾਣਗੇ, ਲੋਕ ਕਹਿਣਗੇ ਵੀ ਤੁਸੀਂ ਤਾਂ ਇਹ ਜਾਣ ਕੇ ਕਰਦੇ ਹੋ। ਜਿਹੜੇ ਬੰਦੇ ਹਸਪਤਾਲਾਂ ਦੇ ਵਿੱਚ ਜਾਂਦੇ ਆ ਉਹ ਦੇਖਿਓ ਵੀ ਹਸਪਤਾਲਾਂ ਵਾਲਿਆਂ ਨੇ ਪੂਰੀ ਲੁੱਟ ਵਾਲਾ ਸਾਧਨ ਬਣਾਇਆ ਵੀ ਜਿਹੜਾ ਲੱਖਾਂ ਰੁਪਈਆ ਜੋ ਹੈਗਾ ਲੋਕਾਂ ਤੋਂ ਜਿਹੜਾ ਲੁੱਟ ਪੁੱਟ ਲਓ। ਮਤਲਬ ਸਰਕਾਰ ਉਹਦੇ ਵਿੱਚ ਜਿਹੜੀ ਆ ਉਹ ਪਾਸੇ ਚੁੱਪ ਖੜੀ। ਆਕਸੀਜਨ ਹੈ ਨਹੀਂ ਜੀ, ਆਕਸੀਜਨ ਜਿਹੜੀ ਆ ਵੀ ਜਿੱਥੇ ਹੋਰ ਆ ਜਿਹੜੀਆਂ ਮੂਰਤੀਆਂ ਬਣਾਈਆਂ ਜਾ ਰਹੀਆਂ, ਬੁੱਤ ਲਾਏ ਜਾ ਰਹੇ ਆ, ਜੇ ਪਹਿਲੇ ਬੰਦੋਬਸਤ ਕੀਤਾ ਜਾਵੇ। ਇਹੋ ਜਿਹੀ ਹਾਲਤ ਜਿਹੜੀ ਦੁਨੀਆ ਦੇ ਵਿੱਚ ਜਿਹੜੀ ਹੋਰ ਕਿਸੇ ਮੁਲਕ ਦੇ ਵਿੱਚ ਨਹੀਂ ਆ। ਨਾਲ ਜਿਹੜਾ ਗੁਆਂਢੀ ਪਾਕਿਸਤਾਨ ਮੁਲਕ ਆ, ਜਿਹਦੇ ਬਾਰੇ ਇੱਥੋਂ ਦੇ ਜਿਹੜੇ ਚੈਨਲ ਆ ਬੋਲਣੋਂ ਨਹੀਂ ਹਟਦੇ, ਉਹ ਇਹਨਾਂ ਨੂੰ ਸਪੋਰਟ ਕਰ ਰਿਹਾ, ਉਹ ਇਹਨਾਂ ਨੂੰ ਭੇਜ ਰਿਹਾ। ਮਤਲਬ ਬਾਕੀ ਦੁਨੀਆ ਦੇ ਵਿੱਚ ਇਹੋ ਜਿਹਾ ਕਹਿਰ ਹੈ ਨਹੀਂ ਜਿਹੋ ਜਿਹਾ ਇੱਥੇ ਬਣਾ ਕੇ ਕੀਤਾ ਜਾਂਦਾ। ਜੇ ਆਪਾਂ ਗੱਲ ਕਰੀਏ ਪੱਛਮੀ ਬੰਗਾਲ 'ਚ ਚੁਣਾਵ ਨਤੀਜਿਆਂ ਦੀ ਤੇ ਕਿਸਾਨੀ ਸੰਗਠਨਾਂ ਦੀ ਕਿੰਨੀ ਕੁ ਜਿੱਤ ਆ ਇਹਦੇ ਵਿੱਚ? ਦੇਖੋ ਜੀ, ਲੋਕੀ ਉੱਥੇ ਦੇ ਸਭ ਤੋਂ ਜਿਹੜੇ ਵੱਧ ਪੜ੍ਹੇ ਲਿਖੇ ਆ, ਲੋਕ ਸਭ ਤੋਂ ਵੱਧ ਜਾਣਦੇ ਆ। ਇਹ ਠੀਕ ਆ, ਕਿਸਾਨ ਸੰਗਠਨ ਗਏ ਆ, ਉੱਥੇ ਗਏ ਆ, ਕਿਸਾਨ ਸੰਗਠਨਾਂ ਨੇ ਵੀ ਯੋਗਦਾਨ ਪਾਇਆ ਇਹ ਸਾਰੇ ਕਾਸੇ ਨੂੰ ਲੋਕਾਂ ਦੇ ਵਿੱਚ ਦੱਸਣ ਲਈ ਵੀ ਮੋਦੀ ਸਰਕਾਰ ਆ ਜਿਹੜੀ ਵੀ ਇਹ ਇਹੋ ਜਿਹਾ ਕਾਨੂੰਨ ਲੈ ਕੇ ਆ ਰਹੀ ਆ ਵੀ ਸਾਡੀਆਂ ਜਿਹੜੀਆਂ ਜ਼ਮੀਨਾਂ ਆ ਇਹ ਖੋਹ ਕੇ ਵੱਡੇ ਕਾਰਪੋਰੇਟ ਜਿਹੜੇ ਘਰਾਣੇ ਆ ਉਹਨਾਂ ਨੂੰ ਇਹਨਾਂ ਨੇ ਦੇ ਦੇਣੀਆਂ। ਉਹਦੇ ਲਈ ਲੋਕੀ ਜਿਹੜੇ ਹੈਗੇ ਉੱਥੇ ਲੋਕਾਂ ਨੇ ਸੁਣਿਆ, ਪੰਜਾਬੀਆਂ ਨੂੰ ਬਹੁਤ ਧਿਆਨ ਨਾਲ ਸੁਣਿਆ, ਸਾਡੇ ਲੀਡਰਾਂ ਨੂੰ, ਆਗੂਆਂ ਨੂੰ, ਸਾਰਿਆਂ ਨੂੰ ਬਹੁਤ ਧਿਆਨ ਨਾਲ ਵਿਚਾਰਿਆ। ਤੇ ਲੋਕਾਂ ਨੇ ਉੱਥੇ ਜਿਹੜਾ ਹੈਗਾ ਮੰਨ ਲਓ ਜੇ ਕਹਿ ਦਈਏ ਪੜ੍ਹੇ ਲਿਖਿਆਂ ਦੇ ਵਿੱਚੋਂ 1 ਨੰਬਰ 'ਤੇ ਆ ਜਿਹੜੇ ਉਹ ਪੱਛਮੀ ਬੰਗਾਲ ਦੇ ਲੋਕ ਆ, ਜਿਹੜੇ ਉਹ ਸਮਝਦੇ ਆ ਇਸ ਪ੍ਰਬੰਧ ਨੂੰ ਵੀ ਜੇ ਕੋਈ ਨਹੀਂ ਕਰਦਾ। ਉੱਥੇ ਹੁਣ CPM ਜਿਹੜੀ ਉਹ 20-25 ਸਾਲ ਰਾਜ ਕਰਦੀ ਰਹੀ ਆ, ਅੱਜ ਉਹਨਾਂ ਨੇ ਗੁੱਠੇ ਲਾਤੀ ਆ। ਜੇ ਕੱਲ੍ਹ ਨੂੰ ਇਹ ਵੀ ਸਰਕਾਰ ਨਹੀਂ ਕਰੂਗੀ, ਲੋਕ ਉਹਨੂੰ ਵੀ ਜਿਹੜੇ ਬਗਾਹ ਮਾਰਨਗੇ। ਲੋਕ ਸਮਝਦੇ, ਲੋਕ ਭਾਜਪਾ ਨੂੰ ਵੀ ਸਮਝਦੇ ਉੱਥੇ ਵੀ ਇਹ ਜਿਹੜੀ ਸਰਕਾਰ ਆ ਵੀ ਕਿਹੋ ਜਿਹੀ ਸਰਕਾਰ ਆਊਗੀ। ਲੋਕਾਂ ਨੇ ਤਦੇ ਮੂੰਹ ਨਹੀਂ ਲਾਇਆ। ਇਹ ਠੀਕ ਆ ਵੀ ਉੱਥੇ ਜਿਹੜਾ ਆ ਮਸ਼ੀਨਾਂ ਦੇ ਵਿੱਚ ਗੜਬੜ ਹੋਰਨਾਂ ਦੇ ਵਿੱਚ ਦੀ ਇੱਕ ਖਿੱਤੇ ਦੇ ਵਿੱਚ ਇਹ ਕਰਨ ਦੇ ਵਿੱਚ ਕਾਮਯਾਬ ਹੋ ਸਕੇ ਆ, ਨਹੀਂ ਤਾਂ ਨਹੀਂ ਜਿਹੜਾ ਉੱਥੇ ਲੋਕਾਂ ਨੇ ਲਾਇਆ ਉਹਨਾਂ ਮੂੰਹ। ਸੰਘਾ ਸਾਹਿਬ 8 ਤਰੀਕ ਦਾ ਪ੍ਰੋਗਰਾਮ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨਿਆ ਗਿਆ, ਜਿਹੜਾ 8 ਮਈ ਦਾ, ਇਹ ਦੁਕਾਨਦਾਰਾਂ ਦੇ ਪੱਖ 'ਚ ਜਾਂ ਵਪਾਰੀਆਂ ਦੇ ਪੱਖ 'ਚ? ਹਾਂਜੀ ਬਿਲਕੁਲ ਜੀ, ਐਲਾਨਿਆ ਗਿਆ। ਅਸੀਂ ਕਹਿੰਦੇ ਵੀ ਇਹ ਜਿਹੜਾ ਹੈਗਾ ਵੀ ਪ੍ਰੋਗਰਾਮ ਇਹ ਹੋਣਾ ਚਾਹੀਦਾ, ਕਰਨਾ ਚਾਹੀਦਾ, ਲੋਕਾਂ ਨੂੰ ਇਕੱਠੇ ਹੋ ਕੇ ਇਹਦੇ ਉੱਤੇ ਜਿਹੜਾ ਆਉਣਾ ਚਾਹੀਦਾ। ਕਿਉਂਕਿ ਸਰਕਾਰਾਂ ਜਿਹੜੀਆਂ ਹੈਗੀਆਂ, ਸਰਕਾਰਾਂ ਨਹੀਂ ਚਾਹੁੰਦੀਆਂ ਵੀ ਇਹ ਜਿਹੜੇ ਲੋਕਾਂ ਦੇ ਜਿਹੜੇ ਕਾਰੋਬਾਰ ਰਹਿਣ, ਇਹ ਸਾਰਾ ਕੁਛ ਵੀ ਲੋਕੀ ਇਹਨੂੰ ਜਿਹੜਾ ਉਹ ਖਰਾਬ ਕਰਨਾ ਚਾਹੁੰਦੇ ਆ, ਤਬਾਹ ਕਰਨਾ ਚਾਹੁੰਦੇ ਆ। ਤੇ ਲੋਕ ਇਕੱਠੇ ਹੋ ਕੇ ਜੇ ਵਿਰੋਧ ਕਰਦੇ ਆ, ਮੰਨ ਲਓ ਹੁਣ ਇਹ ਜਿਹੜਾ ਹੈਗਾ ਵੀ ਜੇ ਇਹ ਬਿਮਾਰੀ ਨੂੰ ਇਹਨੂੰ ਦੇਖੀਏ ਜਾਂ ਵੀ ਕਰੋਨਾ ਖੰਘ ਰੇਸ਼ਾ ਜ਼ੁਕਾਮ ਦੀ ਬਿਮਾਰੀ, ਜਿਹਦੇ ਲਈ ਜਿਹਨੂੰ ਹਸਪਤਾਲਾਂ ਵਾਲੇ ਇਹੋ ਜਿਹੀ ਬਣਾ ਕੇ ਪੇਸ਼ ਕਰ ਰਿਹਾ, ਜੇ ਥੋੜ੍ਹਾ ਜਿਹਾ ਪਰਹੇਜ਼ ਕੀਤਾ ਜਾਵੇ, ਬੰਦੇ ਤੋਂ ਬੰਦੇ ਦਾ ਪਰਹੇਜ਼ ਕੀਤਾ ਜਾਵੇ, ਹੱਥ ਪੈਰ ਧੋ ਲੈ ਜਾਣ ਜਾਂ ਜਿਹੜੀ ਸਫਾਈ ਰੱਖ ਲਈ ਜਾਵੇ, ਤਾਂ ਇਹਦੇ ਨਾਲ ਰੋਕਿਆ ਜਾ ਸਕਦਾ। ਅਸੀਂ ਉੱਥੇ ਮੋਰਚਾ ਸਾਡਾ ਚੱਲ ਰਿਹਾ, ਉੱਥੇ ਦਿੱਲੀ ਦੇ ਵਿੱਚ ਬੈਠੇ ਆ, ਕੋਈ ਇਹੋ ਜਿਹਾ ਨਹੀਂ। ਮੰਨ ਲਓ ਜੇ ਕਿਸੇ ਦੇ ਸੰਪਰਕ ਦੇ ਵਿੱਚ ਆਉਂਦਾ ਰੋਗੀ ਦੇ ਵਿੱਚ ਇਹ ਤੋਂ ਹੋ ਸਕਦਾ ਆ। ਖੰਘ ਰੇਸ਼ਾ ਜ਼ੁਕਾਮ ਤੋਂ ਵੱਧ ਹੋਰ ਕੁਝ ਨਹੀਂ ਸੁਧਾਰ। ਅੱਜ ਜਿਹੜਾ ਹੁਸ਼ਿਆਰਪੁਰ DC ਮੈਡਮ ਨੇ ਕੁਝ ਹੋਰ ਛੂਟਾਂ ਜਿਹੜੀਆਂ ਦੁਕਾਨਦਾਰਾਂ ਨੂੰ ਦਿੱਤੀਆਂ ਆ, ਕਿਸੇ ਨੂੰ ਸੋਮਵਾਰ ਦੁਕਾਨ ਖੋਲ੍ਹਣ ਦੀ, ਕਈਆਂ ਨੂੰ ਮੰਗਲਵਾਰ, ਬੁੱਧਵਾਰ, ਜਾਂ ਕਰਿਆਨੇ ਦੀਆਂ ਦੁਕਾਨਾਂ ਜਿਹੜੀਆਂ 2 ਦਿਨ ਖੁੱਲ੍ਹਣਗੀਆਂ ਹਫ਼ਤੇ 'ਚ। ਤੇ ਤੁਹਾਡਾ ਕੱਲ੍ਹ ਦਾ ਜਿਹੜਾ ਪ੍ਰੋਗਰਾਮ ਆ, ਇਹਨਾਂ ਕੋਈ ਚੇਂਜ ਹੋਊਗਾ ਜਾਂ ਨਹੀਂ? ਦੇਖੋ ਲੋਕ ਉੱਠ ਰਹੇ ਜੀ, ਲੋਕ ਸਮਝ ਰਹੇ ਆ, ਲੋਕ ਸਰਕਾਰਾਂ ਦੀ ਜਿਹੜੀ ਸਾਰੀ ਬੋਲੀ ਆ ਉਹ ਸਮਝ ਰਹੇ। ਲੋਕ ਇਹਦੇ ਵਿੱਚੋਂ ਇਹਦੇ ਜਿਹੜੇ ਵਿਰੋਧ ਲਈ ਅੱਗੇ ਆ ਰਹੇ ਆ। ਮੰਨ ਲਓ ਜੇ ਲੋਕਾਂ ਨੂੰ ਤੁਸੀਂ ਅੰਦਰੇ ਬਾੜ ਕੇ ਮਾਰ ਦਿੰਦੇ, ਇਹ ਸਰਕਾਰ ਜੇ ਆਪਣੀ ਜ਼ਿੰਮੇਵਾਰੀ ਨਿਭਾਉਂਦੀ, ਜਦੋਂ ਇਹਨਾਂ ਨੂੰ ਪਤਾ ਸੀਗਾ ਵੀ ਇਹ ਕਰੋਨਾ ਵਧਣ ਲੱਗਾ, ਉਦੋਂ ਇਹਨਾਂ ਨੇ ਕਾਹਤੇ ਨਹੀਂ ਉਹਦੇ 'ਤੇ ਜਿਹੜੀ ਸੀਗੇ ਵੀ ਉਹਦੇ ਪ੍ਰੀਕਾਸ਼ਨ ਜਿਹੜਾ ਉਹ ਲਿਆ, ਉਹਦੇ 'ਤੇ ਕਿਉਂ ਨਹੀਂ ਕੀਤਾ ਜਿਹੜਾ ਆਪਣੀ ਕਾਰਵਾਈ ਕਰਨੀ ਬਣਦੀ ਸੀ। ਤੇ ਜਦੋਂ ਬਿਮਾਰੀ ਪੂਰੀ ਵੱਧ ਜਾਂਦੀ, ਫੈਲ ਜਾਂਦੀ, ਪੂਰੀ ਹੋ ਜਾਂਦੀ ਆ, ਉਦੋਂ ਫਿਰ ਲੋਕਾਂ ਨੂੰ ਲੋਕਡਾਊਨ ਕਰਕੇ ਲੋਕਾਂ ਨੂੰ ਫਿਰ ਅੰਦਰ ਵੜ ਕੇ ਰੱਖੋ। ਜਦੋਂ ਠੰਡ ਤੋਂ ਗਰਮੀ ਆਉਂਦੀ ਹੈ ਜਾਂ ਗਰਮੀ ਤੋਂ ਠੰਡ ਆਉਣੀ ਆ, ਇੱਕ ਵਾਤਾਵਰਨ, ਅਨੁਕੂਲ ਵਾਤਾਵਰਨ ਦੇ ਵਿੱਚ ਇਹ ਵੱਧਦੀ ਆ। ਉੱਥੇ ਇਹ ਜਿਹੜਾ ਇਹਨੂੰ ਉਸ ਟਾਈਮ 'ਤੇ ਕੰਟਰੋਲ ਕਰਨ ਦਾ ਫਰਜ਼ ਹੁੰਦਾ। ਉਦੋਂ ਜਿਹੜੇ ਹੁੰਦੇ ਆ ਸਾਡੇ ਹਾਕਮ ਆ, ਉਹ ਐਸ਼ ਪ੍ਰਸਤੀ ਦੇ ਵਿੱਚ ਜਾਂ ਕੋਈ ਚੋਣਾਂ ਵਿੱਚ ਜਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਉਹ ਮਸਤ ਹੁੰਦੇ ਆ। ਜਦੋਂ ਦੇਖਦੇ ਮੈਂ ਆਮ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਸਕਦਾ, ਲੋਕਾਂ ਦੀ ਤਾਂ ਰੋਟੀ ਨਹੀਂ ਚੱਲ ਰਹੀ, ਲੋਕਾਂ ਦਾ ਗੁਜ਼ਾਰਾ ਨਹੀਂ ਚੱਲ ਰਿਹਾ, ਲੋਕ ਕੀ ਕਰਨ ਇਸ ਹੱਦ ਦੇ ਵਿੱਚੋਂ? ਲੋਕ ਕੀ ਕਰਨ? ਲੋਕੀ ਤਾਂ ਇਹਦੇ ਵਿੱਚੋਂ ਹੁਣ ਜਿਹੜੇ ਛੋਟੇ ਦੁਕਾਨਦਾਰ ਆ, ਜਿਹੜੇ ਦੁਕਾਨਦਾਰ ਆ ਜੀ,
ਉਹਨਾਂ ਦੇ ਗੁਜ਼ਾਰੇ ਨਹੀਂ ਚੱਲ ਰਹੇ, ਹੋਰ ਕੰਮ ਕਾਰੋਬਾਰ ਨਹੀਂ ਹੋ ਰਿਹਾ। ਲੋਕ ਤਾਂ ਫਿਰ ਇਹਦੇ ਵਿਰੋਧ ਦੇ ਵਿੱਚ ਉੱਠ ਕੇ ਜਿਹੜੇ ਹੈਗੇ ਵੀ ਉਹ ਤੁਰ ਰਹੇ ਆ, ਉਹ ਕਰਨਗੇ ਵੀ ਵਿਰੋਧ, ਹੋਰ ਕੋਈ ਹੱਲ ਵੀ ਹੈ ਨਹੀਂ ਇਹਦਾ। ਸੰਗਾ ਸਾਹਿਬ, ਬਾਬੇ ਨਾਨਕ ਦਾ ਜਿਹੜਾ ਲੰਗਰ ਆ 20 ਰੁਪਏ ਵਾਲਾ, ਉਹ ਦੇਖੋ ਕਿੰਨੇ ਸਾਲਾਂ ਤੋਂ ਚੱਲਿਆ ਆ ਰਿਹਾ, ਤੇ ਜਿਹੜਾ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਪੁਰ ਹੀਰਾ ਹੁਸ਼ਿਆਰਪੁਰ ਵਾਲੇ ਆ, ਇਹਨਾਂ ਦਾ ਵੀ ਲੰਗਰ ਜਿਹੜਾ ਆ ਉਹ ਕਈ ਸ਼ਹਿਰਾਂ ਤੱਕ ਪਹੁੰਚਦਾ, ਲੱਖਾਂ ਲੋਕਾਂ ਤੱਕ ਪਹੁੰਚਦਾ, ਜ਼ਰੂਰਤਮੰਦਾਂ ਤੱਕ। ਤੇ ਤੁਸੀਂ ਵੀ ਅੱਜ ਸਰਬੱਤ ਦੇ ਭਲੇ ਦੇ ਲਈ ਜਿਹੜਾ ਆ ਇੱਥੇ ਉਹ ਲੰਗਰ ਸੇਵਾ 'ਚ ਆਏ ਹੋ, ਇਹਦੇ ਬਾਰੇ ਵੀ 4 ਸ਼ਬਦ ਕਹਿ ਦਿਓ। ਨਹੀਂ, ਮੈਂ ਪਹਿਲਾਂ ਹੀ ਅੱਜ ਤੋਂ ਤਕਰੀਬਨ 20-22 ਦਿਨ ਪਹਿਲਾਂ ਮੈਂ ਇੱਕ ਫੇਸਬੁੱਕ ਤੇ ਲੋਕਾਂ ਨੂੰ ਅਸੀਂ ਆਪਣੇ ਲੋਕਾਂ ਨੂੰ ਅਪੀਲ ਕੀਤੀ ਸੀ, ਸਾਰੇ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਇਹ ਗੁਰੂ ਰਾਮਦਾਸ ਲੰਗਰ ਜਿਹੜਾ ਇੱਥੇ ਪੁਰ ਹੀਰਾ ਆ, ਇਹਦੇ ਵਿੱਚ ਜਿਹੜੀ ਮਦਦ ਕੀਤੀ ਜਾਵੇ। ਅਸੀਂ ਇਹ ਨਹੀਂ ਵੀ ਅਸੀਂ ਇਹਨਾਂ ਤੋਂ ਲੈ ਕੇ ਖਾਣਾ ਨਹੀਂ ਜਾਣਦੇ, ਸਾਡੀ ਇਹ ਆ ਵੀ ਇਹਨਾਂ ਸਾਰੇ ਮੋਰਚਿਆਂ ਦੇ ਉੱਤੇ ਸਾਡੀ ਸਪੋਰਟ ਕੀਤੀ ਆ, ਜਿਹੜਾ ਵੀ ਕੋਈ ਗਰੀਬ ਆ ਉਹਦੀ ਸਪੋਰਟ ਕੀਤੀ। ਦਿੱਲੀ ਤੱਕ ਇਹ ਜਿਹੜਾ ਇਹਨਾਂ ਦਾ ਜਿਹੜੇ ਲੰਗਰ ਆ ਉਹ ਉੱਥੇ ਜਾ ਰਹੇ ਆ, ਉੱਥੇ ਪੀਜ਼ੇ ਦਾ ਲੰਗਰ ਲੱਗਾ ਆ। ਤੇ ਅਸੀਂ ਇਹ ਚਾਹੁੰਦੇ ਹਾਂ ਵੀ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਜੀ ਇਹ ਵਧਣ ਫੁੱਲਣ, ਇਹਨਾਂ ਦੀ ਜਿੰਨੀ ਸਪੋਰਟ ਹੋ ਸਕੇ ਉਹ ਕਰਨੀ ਚਾਹੀਦੀ ਹੈ। ਜਿਹੜੀ ਰਾਤ ਦਿਨ ਲੋਕਾਂ ਦੇ ਭਲੇ ਲਈ ਲੱਗੇ ਆ, ਲੋਕਾਂ ਦੇ ਲਈ ਜਿਹੜਾ ਵੀ ਖਾਣ ਦਾ ਬੰਦੋਬਸਤ ਕਰਦੇ ਆ ਉਹਨਾਂ ਲਈ। ਜਿੱਥੇ ਹੁਣ ਮਤਲਬ ਹਸਪਤਾਲ ਆ ਜਾਂ ਜਿੱਥੇ ਸਾਡੇ ਧਰਨੇ ਸੀ, ਉੱਥੇ ਹਰੇਕ ਥਾਂ ਇਹਨਾਂ ਨੇ ਸਾਡੀ ਮਦਦ ਕੀਤੀ ਆ ਜੀ। ਤੇ ਜੇ ਅਸੀਂ ਕਿਸਾਨ ਆ ਤੇ ਅਸੀਂ ਇਹਨਾਂ ਦੇ ਕਿਉਂ ਨਹੀਂ ਮਦਦ ਦੇ ਉੱਤੇ ਆਵਾਂਗੇ, ਤੇ ਇਹਦੇ ਵਿੱਚੋਂ ਹੀ ਅਸੀਂ ਮਦਦ ਕਰ ਰਹੇ ਹਾਂ। ਅੱਜ ਵੀ ਸਾਡੇ ਇਲਾਕੇ ਦੇ ਵਿੱਚੋਂ 2 ਟਰਾਲੀਆਂ, ਇੱਕ ਕਾਰੀ ਸਾਰੀ ਤੋਂ ਤੇ ਇੱਕ ਪਿੰਡ ਹੁਕੜਾਂ ਤੋਂ ਪਹਿਲਾਂ ਜਿਹੜੀਆਂ ਇੱਥੇ ਟਰਾਲੀਆਂ ਆ ਕੇ ਲਾ ਗਏ ਆ। ਇਹ ਰਾਜਪੁਰ ਭਾਈਆਂ ਦੇ ਵਿੱਚੋਂ ਤਕਰੀਬਨ ਜਿਹੜੀ ਹੈਗੀ ਆ ਮੇਰੇ ਖਿਆਲ 60 ਕੁਇੰਟਲ ਦੇ ਲਾਗੇ ਕਣਕ ਹੋਊਗੀ, ਜਿਹੜੀ ਅਸੀਂ 65 ਕੁਇੰਟਲ ਜਿਹੜੇ ਇਹ ਦਾਣੇ ਆ ਜਿਹੜੇ ਅਸੀਂ ਇੱਥੇ ਇਹਨਾਂ ਨੂੰ ਦੇਣ ਆਏ ਆ। ਇੱਦਾਂ ਹੀ ਸਾਡੇ ਤਕਰੀਬਨ 20-22 ਪਿੰਡਾਂ ਦੇ ਵਿੱਚੋਂ ਜਿਹੜੀ ਉਹ ਟਰਾਲੀਆਂ ਜਿਹੜੀਆਂ ਉਹ ਆਉਣਗੀਆਂ, ਅਲੱਗ-ਅਲੱਗ ਥਾਂ ਤੋਂ ਆਉਣਗੀਆਂ। ਜਿੱਦਾਂ ਹੁਣ ਵੀ ਮੰਨ ਲਓ ਵੱਡੋਂ ਤੋਂ ਆਵੇ, ਦਿਹਾਣੇ ਤੋਂ ਆਜੂ, ਬਾਕੀ ਹੇੜੀਆਂ ਤੋਂ ਆ ਜਾਣਗੇ, ਹੋਰ ਪਿੰਡਾਂ ਦੇ ਉੱਤੋਂ ਜਿੱਧਰਲੇ ਪਾਸੇ ਇਹਨੂੰ ਭਾਮ ਵਾਲੇ ਪਾਸੇ ਸਾਰੇ ਪਿੰਡ ਜਿਹੜੇ ਹੈਗੇ ਆ ਵੀ ਸਰਿਆਲਾ ਖੁਰਦ, ਉਹਨਾਂ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੀਆਂ ਟਰਾਲੀਆਂ ਸਾਰੇ ਲੋਕਾਂ ਨੂੰ ਜਿੱਥੇ ਸਾਡਾ ਕੰਮ ਹੈ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਗੁਰੂ ਰਾਮਦਾਸ ਲੰਗਰ ਦੀ ਜਿਹੜੀ ਹੈਗੀ ਹੈਲਪ ਕੀਤੀ ਜਾਵੇ। ਜਿਹੜਾ ਦੀਨ ਦੁਖੀਆਂ ਦਾ ਬਿਨਾਂ ਇਹ ਨਿਰਵਿਘਨ ਜਿਹੜੀ ਸੇਵਾ ਕਰ ਰਿਹਾ, ਇਸ ਕਰਕੇ ਅਸੀਂ ਅੱਜ ਜਦੋਂ ਆ ਤੀਸਰੀ ਟਰਾਲੀ ਅੱਜ ਸਾਡੀ ਜਿਹੜੀ ਇੱਥੇ ਆ ਰਹੀ ਆ, ਇਹਦੇ ਨਾਲ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਵੀ, ਮੈਂ ਵੀ ਆਇਆ ਸੀਗਾ ਵੀ ਤੁਸੀਂ ਵੀ ਇੱਥੇ ਆਇਓ। ਅਸੀਂ ਇਹਨਾਂ ਦਾ ਜਿਹੜਾ ਹੈਗਾ, ਇਹਨਾਂ ਨੇ ਸਾਰਾ ਸਾਲ ਮਤਲਬ ਆਉਂਦੀ ਕਣਕ ਤੱਕ ਇਹਨਾਂ ਨੇ ਲੋਕਾਂ ਦੀ ਸੇਵਾ ਕਰਨੀ ਹੈ। ਅਸੀਂ ਉਹਦੇ ਵਿੱਚ ਜਿੰਨਾ ਬਣਦਾ ਯੋਗਦਾਨ ਅਸੀਂ ਆਪਣੇ ਵਾਲੇ ਪਾਸਿਓਂ ਅਸੀਂ ਉਹਦੇ ਵਿੱਚ ਪਾ ਦਈਏ। ਸੰਗਾ ਸਾਹਿਬ, ਜਾਂਦੇ 4 ਸ਼ਬਦ ਉਹਨਾਂ ਲਈ ਕਹਿਣੇ ਆ ਜਿਹੜੇ ਕਿਸਾਨਾਂ ਨੂੰ ਅੱਤਵਾਦੀ ਦੱਸਦੇ ਆ, ਜਾਂ ਜਿਹੜਾ ਕਿਸਾਨੀ ਸੰਘਰਸ਼ ਹੈ ਇਹਨੂੰ ਪੰਜਾਬ ਨਾਲ ਜਾਂ ਸਿੱਖ ਕੌਮ ਨਾਲ ਲਾ ਕੇ ਜੋੜਦੇ ਆ। ਦੇਖੋ ਜੀ, ਇਹ ਤਾਂ ਨਜਾਇਜ਼ ਜਿਹੜਾ ਇਹ ਕਰ ਰਹੇ ਆ ਵੀ ਇਹ ਸਾਰੀ ਜਿਹੜੀ ਮੂਵਮੈਂਟ ਆ ਸਾਰੇ ਦੇਸ਼ ਦੇ ਵਿੱਚ ਫੈਲੀ ਆ। ਜਿਹੜੇ ਇਹਨੂੰ ਮਤਲਬ ਸਿੱਖਾਂ ਦੇ ਨਾਲ ਜਾਂ ਇਕੱਲਾ ਕਿਸੇ ਇੱਕ ਵਿਸ਼ੇਸ਼ ਧਰਮ ਨਾਲ ਜੋੜ ਕੇ ਕਰ ਰਹੇ ਆ, ਬਿਲਕੁਲ ਗਲਤ ਕਰ ਰਹੇ ਆ, ਬਿਲਕੁਲ ਜਿਹੜਾ ਉਹਨਾਂ ਦਾ ਨਹੀਂ। ਇਹਦੇ ਵਿੱਚ ਜਾ ਕੇ ਦੇਖੋ ਮੋਨੇ ਬੰਦੇ ਆ ਜਿਹੜੇ ਹੋਰ ਧਰਮਾਂ ਦੇ ਅੱਡ-ਅੱਡ ਧਰਮਾਂ ਦੇ ਆ, ਹਾਂ ਮੁਸਲਮਾਨ ਆ, ਵੱਖ-ਵੱਖ ਜਿਹੜੇ ਹੈਗੇ ਆ, ਮਤਲਬ ਜਿਹੜੇ ਮਿਹਨਤਕਸ਼ ਸਾਰੇ ਲੋਕ ਆ ਉਹ ਸਾਰੇ ਇਹਦੇ ਨਾਲ ਜੁੜੇ ਆ, ਸਾਰੇ ਇਹਦੇ ਨਾਲ ਲੜ ਰਹੇ ਆ। ਹੁਣ ਪੱਛਮੀ ਬੰਗਾਲ 'ਚ ਸਾਰੇ ਸਿੱਖ ਹੀ ਲੜ ਰਹੇ ਆ ਜੀ, ਉੱਥੇ ਜਿਹੜੇ ਸੀਗੇ, ਜਾਂ ਉਹ ਕੇਰਲਾ ਦੇ ਵਿੱਚ ਲੋਕ ਲੜ ਰਹੇ ਆ, ਜਿੱਥੇ ਲੋਕ ਲੜ ਰਹੇ। ਯੂਪੀ ਵਾਲੇ ਜਿਹੜੇ ਸਾਰੇ ਸਿੱਖ ਆ, ਜੇ ਇਹਨਾਂ ਨੂੰ ਕਹਿ ਦਈਏ ਵੀ ਇਹਨਾਂ ਦੇ ਤਾਂ ਮਤਲਬ ਪਹਿਲਾਂ ਇਹ ਕਹਿੰਦੇ ਵੀ ਪੰਜਾਬ ਵਾਲੇ ਆ, ਜਦੋਂ ਅਸੀਂ ਗਏ ਸੀ ਫਿਰ ਕਹਿੰਦੇ ਹਰਿਆਣੇ ਵਾਲੇ ਨਾਲ ਰਲ ਗਏ, ਫਿਰ ਯੂਪੀ ਵਾਲੇ ਰਲ ਗਏ, ਫਿਰ ਨਾਲ ਜਿਹੜਾ ਹੁਣ ਬਾਕੀ ਸਾਰਾ ਦੇਸ਼ ਖੜ ਗਿਆ, ਉੱਠ ਕੇ ਖੜ ਗਿਆ। ਮਤਲਬ ਲੋਕਾਂ ਨੂੰ ਜਿੱਦਾਂ ਲੋਕਾਂ ਨੂੰ ਅਵੇਅਰਨੈਸ ਆਉਂਦੀ, ਜਾਗਰੂਕਤਾ ਆਉਂਦੀ, ਲੋਕ ਉੱਠ ਕੇ ਲੜ ਰਹੇ ਆ, ਲੋਕ ਖੜਨਗੇ। ਮਤਲਬ ਜਾਬਰ ਹਾਕਮਾਂ ਦੇ ਖਿਲਾਫ ਇਹਨਾਂ ਨੂੰ ਆ ਜਿਹੜੀਆਂ ਹੁਣ ਲੈ ਕੇ ਆਇਆ WTO ਦਾ ਏਜੰਡਾ ਆ ਸਾਰਾ ਹੀ, ਇਹ ਉਹਨੂੰ ਲਾਗੂ ਕਰ ਰਿਹਾ, ਧੱਕੇ ਦੇ ਨਾਲ ਲਾਗੂ ਕਰ ਰਿਹਾ। ਕਿਤੇ ਕੋਈ ਲੋਕਾਂ ਦੇ ਨਾਲ ਲੋਕੀ ਸਹਿਮਤ ਨਹੀਂ ਹੈਗੇ, ਮਤਲਬ ਜਬਰੀ ਇਹ ਲਾਗੂ ਕੀਤਾ ਜਾ ਰਿਹਾ। ਉਹ ਦਿਸ ਵੀ ਰਿਹਾ ਵੀ ਜੇ ਗੌਰਮੈਂਟ ਕਰ ਰਹੀ ਆ ਤੇ ਉਹ ਥਾਂ ਹਾਰ ਰਹੀ ਆ, ਥਾਂ ਉਹ ਹਾਰ ਰਹੇ ਆ। ਜੇ ਮਤਲਬ ਕੇਂਦਰੀ ਹੁਕੂਮਤ ਦਾ ਦੇਖਿਆ ਜਾਵੇ, ਹੁਣ ਬੰਗਾਲ ਦੇ ਵਿੱਚ ਹਰਿਆ, ਜਿੱਥੇ ਹੋਰ ਹੋਈਆਂ, ਕੱਲ੍ਹ ਨੂੰ ਯੂਪੀ ਦੇ ਵਿੱਚ ਜੇ ਯੂਪੀ 'ਚੋਂ ਵੀ ਹਰਾਵਾਂਗੇ, ਹਰਿਆਣੇ 'ਚੋਂ ਵੀ ਹਰਾਵਾਂਗੇ। ਪੰਜਾਬ ਵਾਲੀ ਤਾਂ ਗੱਲ ਛੱਡ ਦਿਓ ਵੀ ਪੰਜਾਬ ਦੇ ਵਿੱਚ ਤਾਂ ਇਹਨਾਂ ਨੂੰ ਬਣਨ ਤੱਕ ਨਹੀਂ ਦਿੰਦੇ ਜੀ। ਇਹ ਜਿਹੜੀ ਜੇ ਸਰਕਾਰ ਲੋਕਾਂ ਦੇ ਵਿਰੁੱਧ ਚੱਲੂਗੀ ਤੇ ਉਹਨੂੰ ਸਜ਼ਾ ਵੀ ਭੁਗਤਣੀ ਪਊਗੀ ਇਸ ਗੱਲ ਦੀ। ਜੇ ਉਹਨੂੰ ਭੁਲੇਖਾ ਸੀ, ਹੁਣ ਜਾ ਕੇ ਹਕੂਮਤ, ਮੋਦੀ ਹਕੂਮਤ ਜ਼ੋਰ ਲਾ ਕੇ ਉੱਥੇ ਪ੍ਰਚਾਰ ਕਰਦੀ ਰਹੀ ਆ। ਮਤਲਬ ਇਹਨਾਂ ਨੂੰ ਕੋਈ 4 ਮਹੀਨੇ ਤਕਰੀਬਨ ਉੱਥੇ ਰਹਿ ਕੇ ਲਾਏ ਆ, ਸੈਂਟਰ ਦੀ ਹਕੂਮਤ ਛੱਡ ਕੇ ਲਾਏ ਆ। ਉੱਥੇ ਲੋਕਾਂ ਨੇ ਸੁਣਿਆ ਨਹੀਂ। ਹੁਣ ਉਹ ਦੇਖਣਾ ਚਾਹੀਦਾ ਹੁੰਦਾ ਮੋਰਾਲ ਢਿੱਲਾ ਆ ਉਹਨਾਂ ਦਾ। ਬੋਲ ਬਾਣੀ ਦੇ ਵਿੱਚ ਵੀ ਸਾਰਾ ਕੁਛ ਜਿਹੜਾ ਹੈਗਾ ਵੀ ਉਹ ਜਿਹੜਾ ਸੀਗਾ, ਜਿਹੋ ਜਿਹਾ ਸੀਗਾ ਪਹਿਲੇ ਸਮਿਆਂ ਦੇ ਵਿੱਚ, ਉਹੋ ਜਿਹਾ ਨਹੀਂ ਹੈਗਾ। ਸੰਗਾ ਸਾਹਿਬ, ਜੇ ਮੈਂ ਇੱਕ ਸਵਾਲ ਹੋਰ ਕਰਾਂ, ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ, ਸਾਰੇ ਦੇਸ਼ ਦੀ ਜਨਤਾ ਦਾ ਪ੍ਰਧਾਨ ਮੰਤਰੀ ਆ, ਉਹ ਸਿਰਫ ਇੱਕ ਪਾਰਟੀ ਲਈ ਜਾ ਕੇ ਪ੍ਰਚਾਰ ਕਰੇ ਕਿਸੇ ਵੀ ਸਟੇਟ ਵਿੱਚ, ਦੇਖੋ ਸਹੀ ਨਹੀਂ ਹੈਗਾ। ਪਰ ਹੁਣ ਜੇ ਉਹ ਹੁਣ ਕਰ ਰਹੇ ਆ, ਉਹ ਕਹਿੰਦੇ ਮੈਜੋਰਟੀ ਜਾਂ, ਤੇ ਹੁਣ ਆਪਾਂ ਨੂੰ ਤਾਂ ਇਹੀ ਆ ਵੀ ਤੁਸੀਂ
ਅਗਲੀਆਂ ਵੋਟਾਂ ਤੱਕ ਲੋਕ ਇਹਨਾਂ ਨੂੰ ਉਲਟਾ ਦੇਣ, ਲੋਕ ਇਹਨਾਂ ਤੋਂ ਜਾਗਰੂਕ ਹੋਣ, ਇਹਨਾਂ ਦੇ ਲਾਲਚ ਦੇ ਲੋਭ ਲਾਲਚ ਦੇ ਵਿੱਚ ਨਾ ਫਸਣ। ਇਹੀ ਇੱਕ ਹੱਲ ਆ ਵੀ ਲੋਕੀ ਜਿਹੜਾ ਵੀ ਇਹ ਤੋਂ ਸਿੱਖਣ ਵੀ ਇਹੋ ਜਿਹੇ ਕੁਛ ਨਾਅਰੇ ਲਾ ਕੇ ਵੀ ਲੋਕਾਂ ਨੂੰ ਕੁਛ ਪੈਸੇ ਦਾ ਲਾਲਚ ਦੇ ਕੇ ਹੋਰ ਇਹੋ ਜਿਹਾ ਕੁਛ ਕਰਕੇ ਵੀ ਇਹ ਆਉਂਦੇ ਆ ਗੱਦੀਆਂ 'ਤੇ। ਜਦੋਂ ਗੱਦੀਆਂ 'ਤੇ ਇਹੋ ਜਿਹੇ ਲਾਲਚ ਦੇ ਕੇ ਆਉਂਦੇ ਉਹਦਾ ਮਤਲਬ ਇਹਨਾਂ ਦਾ ਕੋਈ ਦੂਸਰਾ ਨਹੀਂ ਹੁੰਦਾ ਵੀ ਲੋਕਾਂ ਦੇ ਭਲੇ ਦੀ ਗੱਲ ਕਰਨੀ, ਵੀ 4 ਦਿਨ ਉਹ ਵੋਟਾਂ ਦੇ ਲਈ ਜਿਹੜਾ ਕਰਨਾ ਹੁੰਦਾ, ਵਿੱਚੋਂ ਕੁਛ ਬੰਦਿਆਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਵੀ ਦੇਣੇ ਹੁੰਦੇ ਆ। ਲੋਕਾਂ ਨੂੰ ਸਿਰਫ ਤੇ ਸਿਰਫ ਬੇਵਕੂਫ ਬਣਾਉਣਾ ਇਹਨਾਂ ਦਾ ਏਮ ਹੁੰਦਾ। ਤੇ ਲੋਕ ਜਿਹੜੇ ਉਹਦੇ ਵਿੱਚ ਇਹ ਕਾਮਯਾਬ ਹੋਏ ਆ। ਜਿੱਡਾ ਵੱਡਾ ਸੀਗਾ ਲੋਕਾਂ ਦੇ ਵਿੱਚ ਉਹ ਜਿਹੜਾ ਨੰਗ ਇਹਦਾ ਨੰਗ ਪਾਉਣਾ ਹੁਣ ਜਿਹੜਾ ਉਹ ਯਾਰ ਹੋਇਆ। ਇੱਦਾਂ ਹੀ ਹੁਣ ਪੰਜਾਬ ਹਕੂਮਤ ਆ ਜੀ, ਹੁਣ ਸੜਕਾਂ ਤੁਸੀਂ ਦੇਖਿਓ, ਸੜਕਾਂ ਟੁੱਟੀਆਂ ਸਾਰਾ 5 ਸਾਲ ਲੋਕਾਂ ਨੇ ਜਾਣੀ ਕਿ ਉੱਥੇ ਟਰੈਕਟਰ ਟਰਾਲੀਆਂ ਆਪਣੇ ਸਾਈਕਲ ਮੋਟਰਸਾਈਕਲ ਤੇ ਸਾਰਾ ਕੁਝ ਭੰਨਿਆ। ਹੁਣ ਵੋਟਾਂ ਆ ਰਹੀਆਂ ਤੇ ਹੁਣ ਸੜਕਾਂ ਵਾਲਾ ਉਹਨਾਂ ਨੂੰ ਇਹ ਆ ਵੀ ਸੜਕਾਂ ਬਣਾ ਦਿਓ ਵੀ ਲੋਕੀ ਆ ਜਾਣਗੇ। ਪਰ ਲੋਕ ਜਿਹੜੇ ਆ ਵੀ ਇਹ ਕਹਿ ਦੋ ਵੀ ਐਡੇ ਬੇਵਕੂਫ ਨਹੀਂ ਹੈਗੇ ਵੀ ਜਿਹੜੇ ਇਹਨਾਂ ਦੀਆਂ ਚਾਲਾਂ ਦੇ ਵਿੱਚ ਇਹ ਫਸ ਜਾਣਗੇ ਵੀ ਲੋਕੀ ਜਿਹੜਾ ਨਹੀਂ ਇਹਨਾਂ ਦੀਆਂ ਇਹੋ ਜਿਹਾ ਕੁਛ ਦੇ ਵਿੱਚ ਆ ਕੇ ਗੇਟ ਦੇ ਵਿੱਚ ਆ ਕੇ ਲੋਕ ਇਹਨਾਂ ਨੂੰ ਮੁੜ ਕੇ ਵੋਟਾਂ ਪਾ ਦੇਣਗੇ। ਅਖੀਰ ਵਿੱਚ ਸੰਘਾ ਸਾਹਿਬ ਕਿਸਾਨਾਂ ਲਈ, ਦੁਕਾਨਦਾਰਾਂ ਲਈ, ਵਪਾਰੀਆਂ ਲਈ ਤੇ ਬਾਕੀ ਸਾਰੀ ਜਨਤਾ ਲਈ ਕੀ ਸੰਦੇਸ਼ ਆ 2 ਸ਼ਬਦਾਂ ਵਿੱਚ? ਦੇਖੋ ਜੀ, ਜਿਹੜੇ ਕਿਸਾਨ ਆ ਜੀ ਉੱਠ ਕੇ ਖੜੇ ਆ, ਡਟੇ ਆ। ਇਹ ਹੀ ਜਿਹੜਾ ਹੈਗਾ ਵੀ ਦੁਕਾਨਦਾਰਾਂ ਨੂੰ ਵੀ ਇਹੀ ਕੁਛ ਕਰਨਾ ਚਾਹੀਦਾ। ਜੇ ਮੰਨ ਲਓ ਜਿਹੜੀ ਸਰਕਾਰ ਆ ਇਹ ਜਿਹੜਾ ਹੈਗਾ ਸਿਸਟਮ ਆ ਇਹ ਨਹੀਂ ਦੂਜਾ ਕਰਦਾ, ਇਹ ਖੱਜਲ ਹੁੰਦਾ, ਲੋਕ ਉੱਠ ਖੜਨ। ਲੋਕਾਂ ਤੋਂ ਵੱਡਾ ਤਾਂ ਕੁਛ ਨਹੀਂ ਹੁੰਦਾ ਜੀ। ਜੇ ਮੰਨ ਲਓ ਜਿਹੜੇ ਸਾਰੇ ਵਰਗ ਆ ਆਪੋ ਆਪਣੇ ਥਾਂ ਇਕੱਠੇ ਹੋ ਕੇ ਲੜਦੇ ਆ, ਇਹਨੂੰ ਰੋਕਿਆ ਜਾ ਸਕਦਾ, ਸਾਰੇ ਕਾਸੇ ਨੂੰ ਰੋਕਿਆ ਜਾ ਸਕਦਾ। ਲੋਕ ਹੀ ਤਾਕਤ ਹੁੰਦੇ ਆ ਜੀ ਅਸਲ ਇਹਨੂੰ ਪ੍ਰਬੰਧ ਨੂੰ ਚਲਾਉਣ ਦੇ। ਵੀ ਮੰਨ ਲਓ ਜੇ ਕੋਈ ਹੁਣ ਇਹਨਾਂ ਨੂੰ ਆ ਕਰੋਨਾ ਪਹਿਲਾਂ ਹੋਣ ਦਿਓ, ਵਧਣ ਦਿਓ, ਫੈਲਣ ਦਿਓ ਪੂਰਾ, ਫੇਰ ਉਹਨੂੰ ਡੱਕੋ ਤੇ ਸੈਂਕੜੇ ਹਜ਼ਾਰਾਂ ਮੌਤਾਂ ਜਿਹੜੀਆਂ ਹੈਗੀਆਂ ਉਹ ਹੋ ਜਾਣ, ਲੋਕਾਂ ਦੇ ਘਰ ਲੁੱਟ ਲੈਣ, ਉਹਨਾਂ ਨੂੰ ਆਪਣੇ ਘਰਦਿਆਂ ਨੂੰ ਬਚਾਉਂਦੇ ਜੋ ਕੁਛ ਵੀ ਹੈਗਾ। ਹੁਣ ਮੰਨ ਲਓ ਆਕਸੀਜਨ ਦੀ ਘਾਟ ਨਹੀਂ ਪੂਰੀ ਹੋ ਰਹੀ, ਜਿਹੜੇ ਆ ਦੂਜੇ ਵਾਲੇ ਹੈਗੇ ਆ ਹਸਪਤਾਲ ਵਾਲੇ ਲੋਕਾਂ ਨੂੰ ਲੁੱਟ ਰਹੇ ਆ, ਸਾਰਾ ਕੁਝ ਕਰ ਰਹੇ ਆ। ਇਸ ਕਰਕੇ ਆ ਵੀ ਲੋਕੀ ਜਿਹੜੇ ਇਹਨੂੰ ਚੇਤਨ ਹੋ ਕੇ ਸੋਚਣਗੇ, ਕਿਸੇ ਇੱਕ ਪਾਰਟੀ ਨਾਲ ਨਹੀਂ ਜੁੜੇ ਰਹਿਣਗੇ ਤੇ ਆਪ ਹੀ ਇਹਦਾ ਮਸਲੇ ਦਾ ਹੱਲ ਹੋ ਜਾਊਗਾ। ਇਹਦਾ ਇਹ ਆ ਜੀ ਵੀ ਬਾਕੀ ਸਾਰੇ ਪਿੰਡਾਂ ਦੇ ਵਿੱਚੋਂ ਵੀ ਜਿਹੜਾ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਹ ਕਵਰ ਕਰਾ ਰਹੇ ਹਾਂ ਵੀ ਜਿੰਨਾ ਵੱਧ ਤੋਂ ਵੱਧ ਏਰੀਆ ਦੇ ਵਿੱਚੋਂ ਟਰਾਲੀਆਂ ਜਿਹੜੀ ਕਣਕ ਆ ਉਹ ਇੱਥੇ ਜਿਹੜੀ ਪਹੁੰਚ ਹੈ, ਉਹ ਲਗਾਤਾਰ ਜਿਹੜੀਆਂ ਟਰਾਲੀਆਂ ਜਿਹੜੇ ਅਗਲੇ ਪਿੰਡ ਆ ਉਹ ਲਗਾਤਾਰ ਲੈ ਕੇ ਆਉਣਗੇ। ਤੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਪਿੰਡ ਜਿਹੜੇ ਹੈਗੇ ਵੀ ਇਹ ਸੰਸਥਾ ਦੇ ਨਾਲ ਸਹਿਯੋਗ ਕਰਨ ਵੀ ਇਹਨਾਂ ਦੇ ਕੋਲ ਜਿਹੜਾ ਰਾਸ਼ਨ ਆ ਜਿਹੜਾ ਸਾਲ ਤੋਂ ਵਾਧੂ ਰਾਸ਼ਨ ਹੋ ਜਾਣਾ ਚਾਹੀਦਾ ਹੁੰਦਾ ਵੀ ਜਿਹੜਾ ਲੋਕਾਂ ਲਈ ਇਹਨਾਂ ਨੂੰ ਕੋਈ ਇਹ ਜਿਹਾ ਨਾ ਹੋਵੇ ਵੀ ਜਿਹੜਾ ਵੀ ਕੋਈ ਘਾਟ ਹੋਵੇ, ਕੋਈ ਤੰਗੀ ਹੋਵੇ ਜਾਂ ਹੋਰ ਨਾ ਹੋ ਨਾ ਸਕੇ। ਮਤਲਬ ਆਪਾਂ ਸਾਡਾ ਇਹ ਗੁਰੂਆਂ ਦਾ ਜਿਹੜੀ ਸਾਡੀ ਸਿੱਖਿਆ, ਗੁਰੂ ਰਾਮਦਾਸ ਜੀ ਦਾ ਇਹ ਜਿਹੜਾ ਹੈਗਾ ਲੰਗਰ ਦਾ ਉਪਰਾਲਾ ਆ ਵੀ ਇਹ ਜਦ ਤੱਕ ਜਾਣ ਕੇ ਸੰਸਾਰ ਆ ਉਦ ਤੱਕ ਇਹ ਚੱਲਣਾ ਚਾਹੀਦਾ ਵੀ ਇਹਦੇ ਵਿੱਚ ਕਿਸੇ ਕਿਸਮ ਦੀ ਤੋਟ ਨਹੀਂ ਹੋਣੀ ਚਾਹੀਦੀ। ਹੁਣ ਇਹਨਾਂ ਦਾ ਮੰਨ ਲਓ ਉੱਥੇ ਪੀਜ਼ਿਆਂ ਦਾ ਲੰਗਰ ਚੱਲ ਰਿਹਾ, ਸਾਡੇ ਸਾਰੇ ਹੀ ਜਿੱਥੇ ਨਾਕੇ ਲੱਗੇ ਆ ਉਹਨਾਂ 'ਤੇ ਸਾਰਿਆਂ 'ਤੇ ਲੰਗਰ ਪਹੁੰਚਾ ਰਿਹਾ, ਹਸਪਤਾਲਾਂ 'ਚ ਪਹੁੰਚਾ ਰਹੇ ਆ। ਬਹੁਤ ਵੱਡੀ ਸੇਵਾ, ਬਹੁਤ ਵੱਡਾ ਯੋਗਦਾਨ ਆ। ਅਸੀਂ ਵੀ ਇਹਨਾਂ ਦੀ ਜਿਹੜੀ ਸੇਵਾ ਹੈ ਬਹੁਤ ਛੋਟੀ ਜਿਹੀ ਕਰ ਰਹੇ ਆ। ਅੱਜ ਵੀ ਹੁਣ ਇਹਨਾਂ ਨੇ ਆਪੇ ਆ ਜਾਣਾ ਸੀ, ਫਿਰ ਵੀ ਇਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਇੱਕ ਵਾਰੀ ਇੱਥੇ ਆਏ ਹੋ, ਚਲੋ ਨਾਲ ਆ ਜਾਓ ਤੇ ਨਾਲ ਇਹ ਜਿਹੜਾ ਹੈਗਾ ਵੀ ਨਾਲ ਜਾ ਕੇ ਉਦਘਾਟਨ ਹੋਣ ਵਾਲਾ ਹੋ ਜੂ। ਸਾਤੋਂ ਪਹਿਲਾਂ 2 ਟਰਾਲੀਆਂ ਕਾਰੀ ਸਾਰੀ ਤੋਂ ਤੇ ਹੁਕੜਾਂ ਤੋਂ ਇੱਥੇ ਪਹਿਲਾਂ ਉਹ ਛੱਡ ਗਏ ਆ। ਇੱਦਾਂ ਲਗਾਤਾਰ ਜਿਹੜੇ ਪਿੰਡ ਆ ਉਹ ਹੋਰ ਜਿਹੜੇ ਪਿੰਡ ਆ ਉਹ ਆਉਣਗੇ, ਉਹਨਾਂ ਦੇ ਵਿੱਚ ਕਣਕ ਇਕੱਠੀ ਹੋ ਰਹੀ ਆ ਜਾਂ ਹੋ ਗਈ ਹੋਊਗਾ। ਜਿਹੜੇ ਸਾਡੇ ਬਾਅਦ ਦੇ ਵਿੱਚ ਆ ਉਹਨਾਂ ਸਾਰੇ ਪਿੰਡਾਂ ਦੇ ਵਿੱਚੋਂ ਤਾਂ ਕਣਕ ਇੱਥੇ ਆਉਣੀ ਆ, ਜਾਂ ਜਿਹੜੀਆਂ ਸਬਜ਼ੀਆਂ ਆ ਜਾਂ ਜੋ ਵੀ ਆ, ਅਸੀਂ ਕਹਿੰਦੇ ਵੀ ਉਹ ਇੱਥੇ ਲੈ ਕੇ ਆਓ ਸਬਜ਼ੀਆਂ ਵੀ ਜਿਹੜੀਆਂ ਬਿਨਾਂ ਦਵਾਈਆਂ ਤੋਂ ਉੱਤੇ ਦਵਾਈਆਂ ਨਹੀਂ ਸਪਰੇਅ ਕੀਤੀਆਂ, ਜਿਨ੍ਹਾਂ ਦੇ ਉੱਤੇ ਜ਼ਹਿਰਾਂ ਨਹੀਂ ਸਪਰੇਅ ਹੋਈਆਂ, ਜਿਹੜੀਆਂ ਮਤਲਬ ਖਾਣ ਲਈ ਉਹ ਜਿਹੜੀਆਂ ਚੰਗੀਆਂ ਉਹ ਇੱਥੇ ਵੱਧ ਤੋਂ ਵੱਧ ਇਸ ਲੰਗਰ ਦੇ ਵਿੱਚ ਦਿੱਤੀਆਂ ਜਾਣ ਤੇ ਇਹਨਾਂ ਦੀ ਮਦਦ ਕੀਤੀ ਜਾਵੇ। ਜੇ ਮੰਨ ਲਓ ਸਾਡੇ ਪਿੰਡ ਹੀ ਇਹ ਕਰ ਸਕਦੇ, ਉਹਨਾਂ ਹੋਰ ਵੀ ਇਹਨੂੰ ਹੋਰ ਵੱਡਾ ਕਰ ਲੈਣਗੇ, ਹੋਰ ਵੱਧ ਜਿੱਥੋਂ ਤੱਕ ਹੁਣ ਮੰਨ ਲਓ ਦਿੱਲੀ ਤੱਕ ਇਹਨਾਂ ਦਾ ਜਿਹੜਾ ਉੱਥੇ ਲੰਗਰ ਚੱਲ ਰਿਹਾ ਜੀ, ਉੱਥੇ ਪੀਜ਼ਾ ਜਿਹੜੀ ਹੱਟ ਆ ਉੱਥੇ ਜਿਹੜੀ ਉਹ ਚੱਲਦੀ ਆ, ਸਾਰਾ ਕੁਝ ਉੱਥੇ ਬਹੁਤ ਵੱਡਾ ਹਿੱਸਾ ਜਿਹੜਾ ਸਵੇਰੇ ਸ਼ਾਮ ਨੂੰ ਉੱਥੇ ਇਹਨਾਂ ਦੇ ਲੰਗਰ ਛਕਦਾ। ਸਾਡੇ ਜਿੱਥੇ ਰਹਿ ਸਾਡੀ ਆ ਜੀ ਉਹਦੇ ਬਿਲਕੁਲ ਲਾਗੇ ਹੀ ਆ ਇਹ। ਇਸ ਕਰਕੇ ਅਸੀਂ ਕਹਿੰਦੇ ਵੀ ਸਾਰਿਆਂ ਨੂੰ ਬੇਨਤੀ ਆ ਕਿ ਜਿੰਨੇ ਵੀ ਸਾਡੇ ਪੰਜਾਬੀ ਭਰਾ ਆ ਜਿੰਨੇ ਹੈਗੇ ਵੀ ਇਹਨਾਂ ਦੀ ਜਿੰਨੀ ਵੀ ਮਦਦ ਕਰੋ, ਠੋਕ ਕੇ ਮਦਦ ਕੀਤੀ ਜਾਵੇ। ਸਾਡਾ ਇਹ ਬੇਨਤੀ ਆ ਜੀ ਇਹ ਵਾਰ-ਵਾਰ ਕਿ ਜਿੰਨੇ ਵੀ ਵੱਧ ਤੋਂ ਵੱਧ ਪਿੰਡ ਆ ਜਿਹੜੇ ਸੁਣਦੇ ਆ ਇਸ ਵੀਡੀਓ ਨੂੰ ਜਾਂ ਜਿਹੜੇ ਦੇਖ ਰਹੇ ਆ, ਜਿਹੜੇ ਇਹ ਚਾਹੁੰਦੇ ਆ ਵੀ ਇਹ ਜਿਹੜਾ ਗੁਰੂ ਰਾਮਦਾਸ ਜੀ ਦਾ ਲੰਗਰ ਆ ਵੀ ਇਹ ਸਾਰੀ ਦੁਨੀਆ ਦੇ ਵਿੱਚ ਜਾ ਰਿਹਾ, ਹਰੇਕ ਨਾਕੇ ਤੇ ਜਾ ਰਿਹਾ, ਹਰੇਕ ਹਸਪਤਾਲ ਦੇ ਵਿੱਚ ਜਾ ਰਿਹਾ। ਇਹ ਹੋਰ ਵਧੇ ਫੁੱਲੇ ਜਿਹੜੇ ਵੀ ਹੋਰ ਦੇਣਾ ਚਾਹੁੰਦੇ ਆ ਉਹ ਸਾਨੂੰ ਅਪਰੋਚ ਕਰ ਸਕਦੇ ਆ, ਜਾਂ ਜਿਹੜਾ ਇੱਥੇ ਸਿੱਧਾ ਜਿਹੜਾ ਲੰਗਰ ਦੇ ਵਿੱਚ ਵੀ ਆ ਕੇ ਪਾ ਕੇ ਵੀ ਜਿਹੜਾ ਉਹ ਹਿੱਸਾ ਪਾ ਸਕਦੇ ਆ। ਕੋਈ ਗੱਲ ਨਹੀਂ ਜੇ ਸਾਡੇ ਬਗੈਰ ਵੀ ਉਹਦੇ ਉੱਤੋਂ ਪਹੁੰਚਣ। ਅਸੀਂ ਕਹਿੰਦੇ ਵੀ ਇੱਥੇ ਮੇਰਾ ਜਿਹੜਾ ਨੰਬਰ ਹੈ ਜੀ 97799161119 ਨੰਬਰ ਆ ਜੀ।
ਇਹਦੇ ਉੱਤੇ ਸੰਪਰਕ ਕੀਤਾ ਜਾ ਸਕਦਾ, ਜਾਂ ਸਾਡੇ ਜਿਹੜੇ ਹੋਰ ਆਗੂ ਸਾਹਿਬਾਨ ਹਰਬੰਸ ਸਿੰਘ ਆ, ਜਾਂ ਸਾਡੇ ਇੱਥੋਂ ਹੁਸ਼ਿਆਰਪੁਰ ਦੇ ਉੱਤੇ ਜਿੱਥੇ ਸਾਡਾ ਨਾਕਾ ਚੱਲ ਰਿਹਾ ਉਹਦੇ ਨਾਲ ਸੰਪਰਕ ਕਰਕੇ ਇੱਥੇ ਵੱਧ ਤੋਂ ਵੱਧ ਇਹਨਾਂ ਦਾ ਜਿਹੜਾ ਸਹਿਯੋਗ ਕਰਨਾ ਚਾਹੀਦਾ, ਜਿੰਨਾ ਵੀ ਵੱਧ ਤੋਂ ਵੱਧ ਆਪਾਂ ਕਰ ਸਕੀਏ। ਇਹਨਾਂ ਨੂੰ ਕੋਈ ਚੀਜ਼ ਵੀ ਇਦਾਂ ਦੀ ਮੁੱਲ ਨਾ ਖਰੀਦਣੀ ਪਵੇ, ਆਪਾਂ ਹੀ ਉਹ ਜਿਹੜਾ ਉਹ ਪੂਰਾ ਕਰ ਦਈਏ ਤੇ ਹੋਰ ਇਹ ਆਪਣੇ ਕੰਮ ਨੂੰ ਵਧਾ ਸਕਣ, ਆਪਣੀ ਗੱਲ ਨੂੰ ਗਾਹਾਂ ਲੋਕਾਂ 'ਚ ਲਿਜਾ ਸਕਣ। ਧੰਨਵਾਦ। ਸਾਡੇ ਨਾਲ ਮੌਜੂਦ ਨੇ ਸਾਬਕਾ ਸਰਪੰਚ ਰਾਜਪੁਰ ਭਾਈਆਂ ਤੋਂ ਜਸਵੀਰ ਸਿੰਘ ਜੀ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਅਸੀਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੀ, ਸਾਰਾ ਜੋ ਵੀ ਇਸ ਲਈ ਜਿਹੜਾ ਮੁੱਦਾ ਬਣਿਆ ਆ, ਜਾਂ ਧੰਨ ਗੁਰੂ ਰਾਮਦਾਸ ਜੀ ਰਸੋਈ ਵਿੱਚ ਇੱਥੇ ਕਣਕ ਲੈ ਕੇ ਵੀ ਪਹੁੰਚੇ ਆ, ਸਾਰੇ ਬਾਰੇ 4 ਸ਼ਬਦਾਂ ਵਿੱਚ ਦੱਸ ਦਿਓ ਜੀ। ਇਹ ਜਿਹੜਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਆ, ਇਹ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਗਰੀਬਾਂ ਨੂੰ ਜਿਹੜਾ ਲੋੜਵੰਦਾਂ ਨੂੰ ਜਿਹੜਾ ਲੰਗਰ ਛਕਾ ਰਿਹਾ। ਇਸ ਕਰਕੇ ਇਹਦੇ ਤੋਂ ਲੋਕਾਂ ਨੇ ਪ੍ਰਭਾਵਿਤ ਹੋ ਕੇ ਸਾਡੇ ਨਗਰ ਦੇ ਵਿੱਚ, ਸਾਡੇ ਪਿੰਡ ਦੇ ਵਿੱਚ, ਜਦ ਤੋਂ ਹਰਪਾਲ ਸਿੰਘ ਜੀ ਸੰਘਾ ਸਾਹਿਬ ਨੇ, ਸਾਡੇ ਦੁਆਬਾ ਕਮੇਟੀ ਦੇ ਪ੍ਰਧਾਨ ਸਾਹਿਬ, ਜਦੋਂ ਤੋਂ ਇਹਨੇ 20 ਦਿਨ ਪਹਿਲਾਂ ਤੋਂ ਅਪੀਲ ਕੀਤੀ ਆ, ਉਦੋਂ ਤੋਂ ਲੋਕਾਂ ਦੇ ਵਿੱਚ, ਸਾਡੇ ਪਿੰਡਾਂ ਦੇ ਵਿੱਚ ਬਹੁਤ ਉਤਸ਼ਾਹ ਆ। ਔਰ ਸਾਨੂੰ 20 ਦਿਨ ਤੋਂ ਲੋਕ ਫੋਨ ਕਰ ਰਹੇ ਆ ਕਦੋਂ ਉੱਥੇ ਲੈ ਦਾਣੇ ਲੈ ਕੇ ਜਾਣੇ ਆ। ਤੇ ਅੱਜ ਇੱਕ ਦਿਨ ਵਾਸਤੇ ਅਸੀਂ ਟਰਾਲੀ ਪਿੰਡ ਦੇ ਵਿੱਚ ਖੜੀ ਆ ਤੇ ਉਹਨਾਂ ਨੇ ਦਾਣਿਆਂ ਦੀ ਲੋਕਾਂ ਨੇ ਭਰ ਦਿੱਤੀ ਆ। ਮੈਂ ਇਸ ਕਰਕੇ ਸਾਰੇ ਆਪਣੇ ਜਿਹੜੇ ਪਿੰਡ ਦੇ ਜਿਹੜੇ ਜਿੰਨੇ ਵੀ ਕਿਸਾਨ ਆ, ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਐਡਾ ਵੱਡਾ ਇਸ ਲੰਗਰ ਵਾਸਤੇ ਉਤਸ਼ਾਹ ਦਿਖਾਇਆ। ਔਰ ਚਾਹੀਦਾ ਵੀ ਆ, ਕਿਉਂਕਿ ਇਹ ਜਿਹੜਾ ਲੰਗਰ ਆ ਇਹ ਪੂਰੇ ਇਸ ਵੇਲੇ ਪੰਜਾਬ ਦੇ ਵਿੱਚ ਵਰਤ ਰਿਹਾ ਆ, ਜੋ ਕਿ ਸਿੱਖਾਂ ਵਾਸਤੇ ਇੱਕ ਬਹੁਤ ਮਾਣ ਵਾਲੀ ਗੱਲ ਹੈ। ਆਪਾਂ ਗੱਲਬਾਤ ਕਰ ਰਹੇ ਸੀ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਜੀ ਨਾਲ। ਉਹਨਾਂ ਦੇ ਅਸੀਂ ਵਿਚਾਰ ਜਾਣੇ ਤੇ ਲਗਾਤਾਰ ਸਾਡੇ ਨਾਲ ਜੁੜੇ ਰਹੋ। ਹੋਰ ਜਾਣਕਾਰੀ ਲਈ, ਹੋਰ ਖਬਰਾਂ ਲਈ 10 ਟੈਲਰ ਨਿਊਜ਼ ਦੇ ਲਈ ਹਰਪਾਲ ਲਾਡਾ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।